गुड इवनिंग स्टूडेंट्स। ਅੱਜ ਆਪਾਂ ਕਰਾਂਗੇ RS ਸਿਸਟਮ ਆਫ ਨੋਮੈਨਕਲੇਚਰ ਹੈ ਨਾ। ਐਗਜ਼ਾਮਪਲਸ ਡਿਸਕਸ ਕਰਾਂਗੇ। ਉਸ ਤੋਂ ਪਹਿਲੇ ਆਪਾਂ ਕਾਇਰਲ ਕਾਰਬਨ ਬਾਰੇ ਥੋੜਾ ਜਿਹਾ ਪੜ੍ਹ ਲਈਏ ਜਿਨ੍ਹਾਂ ਨੂੰ ਨਹੀਂ ਪਤਾ ਕਾਇਰਲ ਕਾਰਬਨ ਬਾਰੇ ਹੈ ਨਾ। ਕਾਇਰਲ ਕਾਰਬਨ ਜਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਸਟੀਰੀਓ ਸੈਂਟਰ ਜਾਂ ਕਹਿ ਦਿੰਦੇ ਆ ਸਟੀਰੀਓ ਜੈਨਿਕ ਰਾਈਟ। ਤਾਂ ਇੱਕ ਕੰਪਾਊਂਡ ਲੈ ਰਿਹਾ ਮੈਂ ਇੱਥੇ, ਇੱਕ ਹੈ ਕਾਰਬਨ ਹੈ, ਇੱਕ ਸਾਈਡ 'ਤੇ ਕੀ ਲੱਗਿਆ ਹੋਇਆ ਤੁਹਾਡੇ ਕੋਲ H ਲੱਗਿਆ, ਇੱਕ ਸਾਈਡ ਤੇ ਤੁਹਾਡੇ ਕੋਲ Cl ਲੱਗਿਆ, ਇੱਕ ਸਾਈਡ 'ਤੇ ਮੈਂ ਕੁਝ ਇਸ ਤਰ੍ਹਾਂ ਬਣਾ ਰਿਹਾ ਹਾਂ, ਦੇਖੋ ਜ਼ਰਾ। ਇਸ ਸਾਈਡ 'ਤੇ ਲੱਗਿਆ ਹੋਇਆ CH3 ਐਂਡ ਇਸ ਸਾਈਡ 'ਤੇ ਮੈਂ ਬਣਾ ਰਿਹਾ ਕੁਝ ਡੈਸ਼ ਟਾਈਪ, ਇੱਥੇ ਲਗਾਤਾ ਮੈਂ C2H5। ਇਹ ਇਸ ਤਰ੍ਹਾਂ ਦਾ ਕੰਪਾਊਂਡ ਹੈ ਜਿਹਦੇ ਵਿੱਚ ਜਿਹੜਾ ਸੈਂਟਰ ਵਾਲਾ ਕਾਰਬਨ ਹੈ ਇਹਦੇ ਨਾਲ ਜੋ ਗਰੁੱਪਸ ਲੱਗੇ ਆ ਹਾਈਡਰੋਜਨ, ਕਲੋਰੀਨ, ਮਿਥਾਈਲ ਗਰੁੱਪ ਅਤੇ ਇਥਾਈਲ ਗਰੁੱਪ ਹੈ ਨਾ, ਇਹ ਸਾਰੇ ਦੇ ਸਾਰੇ ਕੀ ਨੇ, ਡਿਫਰੈਂਟ ਨੇ। ਤਾਂ ਇਸ ਤਰ੍ਹਾਂ ਦੀ ਕਾਰਬਨ ਮਤਲਬ ਇਸ ਤਰ੍ਹਾਂ ਦਾ ਕੰਪਾਊਂਡ ਜਿਹਦੇ ਅੰਦਰ ਕੋਈ ਇਸ ਤਰ੍ਹਾਂ ਦੀ ਕਾਰਬਨ ਹੋਵੇ ਜਿਹਦੇ ਨਾਲ ਸਾਰੇ ਦੇ ਸਾਰੇ ਕੰਪਾਊਂਡਸ ਕੀ ਲੱਗੇ ਹੋਣ, ਡਿਫਰੈਂਟ ਲੱਗੇ ਹੋਣ, ਉਹਨੂੰ ਬੋਲਦੇ ਹਾਂ ਆਪਾਂ ਕਾਇਰਲ ਕੰਪਾਊਂਡ। ਅਤੇ ਜਿਹੜੀ ਉਹ ਕਾਰਬਨ ਹੁੰਦੀ ਹੈ ਉਹਨੂੰ ਆਪਾਂ ਬੋਲਦੇ ਹਾਂ ਕਾਇਰਲ ਕਾਰਬਨ। ਅਤੇ ਕੰਪਾਊਂਡ ਹੈ ਜੋ ਇਹ ਹੈ ਕਾਇਰਲ ਕੰਪਾਊਂਡ, ਕਾਇਰਲ ਕੰਪਾਊਂਡ। ਠੀਕ ਹੈ ਜੀ। ਹੁਣ ਧਿਆਨ ਨਾਲ ਦੇਖੋ, ਇੱਥੇ ਮੈਂ ਕੁਛ ਲਾਈਨਸ ਤਾਂ ਕੀ ਕੀਤੀਆਂ ਨੇ, ਸਿੰਪਲ ਬਣਾਈਆਂ, ਕੁਛ ਮੈਂ ਇਸ ਤਰ੍ਹਾਂ ਬਣਾਇਆ ਹੈ ਅਤੇ ਇੱਕ ਡੈਸ਼ਡ ਬਣਾਈ ਹੈ। ਤਾਂ ਆਹ ਜਿਹੜੀਆਂ ਸੋਲਿਡ ਇਸ ਤਰ੍ਹਾਂ ਦੀਆਂ ਲਾਈਨਸ ਬਣਾਈਆਂ, ਸਿੰਪਲ ਲਾਈਨਸ ਬਣਾਈਆਂ ਨੇ ਹੈ ਨਾ, ਇਹ ਹੁੰਦੀਆਂ ਨੇ, ਇਹ ਰਿਪਰਜੈਂਟ ਕਰਦੀਆਂ ਨੇ ਜੋ ਹਾਈਡਰੋਜਨ ਹੈ ਤੁਹਾਡਾ ਅਤੇ ਕਲੋਰੀਨ ਹੈ ਉਹ ਕੀ ਹੈ, ਪਲੇਨ ਦੇ ਉੱਪਰ ਹੈ, ਪਲੇਨ ਆਫ ਪੇਪਰ ਰਾਈਟ। ਯਾਨੀ ਆ ਕਾਰਬਨ, ਹਾਈਡਰੋਜਨ ਅਤੇ ਕਲੋਰੀਨ ਕੀ ਹੈ, ਇੱਕੋ ਪਲੇਨ ਵਿੱਚ ਹੈਗੇ ਨੇ। ਆ ਜਿਹੜਾ ਹੁਣ CH3 ਹੈ ਇਹਦੇ ਵਿੱਚ ਮੈਂ ਕੀ ਲਗਾਇਆ, ਸੋਲਿਡ ਵੈਜ। ਦਿਸ ਇਜ਼ ਕੋਲਡ ਸੋਲਿਡ ਵੈਜ। ਵੈਜ ਇੱਥੇ WEDGE ਹੈ, ਸੋਲਿਡ ਵੈਜ। ਇਹ ਕੀ ਰਿਪਰਜੈਂਟ ਕਰਦਾ ਹੈ, ਇਹ ਰਿਪਰਜੈਂਟ ਕਰਦਾ ਹੈ ਅਬਵ ਦਾ ਪਲੇਨ ਆਫ ਪੇਪਰ, ਅਬਵ ਦਾ ਪਲੇਨ ਆਫ ਪੇਪਰ। ਯਾਨੀ ਟੂਵਰਡਸ ਕਹਿ ਸਕਦੇ ਹਾਂ ਹੈ ਨਾ, ਟੂਵਰਡਸ ਯੂ, ਟੂਵਰਡਸ ਦਾ ਓਬਜ਼ਰਵਰ ਰਾਈਟ। ਅਤੇ ਆਹ ਜਿਹੜਾ ਹੈ ਇੱਥੇ ਕੀ ਹੈ, ਡੈਸ਼ਡ ਵੈਜ, ਇਹਨੂੰ ਬੋਲਦੇ ਹਾਂ ਆਪਾਂ ਡੈਸ਼ਡ ਵੈਜ। ਇਹ ਕੀ ਰਿਪਰਜੈਂਟ ਕਰਦਾ ਹੁੰਦਾ, ਕੀ ਰਿਪਰਜੈਂਟ ਕਰਦਾ, ਜਿਹੜਾ C2H5 ਹੈ, ਇਥਾਈਲ ਗਰੁੱਪ ਹੈ, ਇਹ ਕੀ ਹੈ, ਹਾਂਜੀ, ਅਵੇ ਫਰੋਮ ਦਾ ਪਲੇਨ ਕਹਿ ਸਕਦੇ ਹਾਂ, ਅਵੇ ਫਰੋਮ ਬਿਲੋ ਦਾ ਪਲੇਨ ਕਹਿ ਸਕਦੇ ਹਾਂ ਰਾਈਟ, ਬਿਲੋ ਦਾ ਪਲੇਨ, ਬਿਲੋ ਦਾ ਪਲੇਨ ਆਫ ਪੇਪਰ। ਠੀਕ ਹੈ ਜੀ। ਤਾਂ ਆਹ ਜਿਹੜਾ ਕਾਰਬਨ ਸੀ ਕਾਇਰਲ ਕਾਰਬਨ ਹੈ। ਬਾਕੀ ਸਾਰੀਆਂ ਚੀਜ਼ਾਂ ਵੀ ਆਪਾਂ ਨੂੰ ਪਤਾ ਲੱਗ ਗਿਆ। ਜਿਹੜੀ ਇਸ ਤਰ੍ਹਾਂ ਦੀ ਰਿਪਰਜੈਂਟੇਸ਼ਨ ਹੁੰਦੀ ਹੈ ਜਿਹਦੇ ਵਿੱਚ ਸਿੰਪਲ ਲਾਈਨਸ ਵੀ ਹੈ, ਸਿੰਪਲ ਬੌਂਡਸ, ਆ ਡੈਸ਼ਡ ਵੈਜ ਵੀ ਹੈ ਅਤੇ ਸੋਲਿਡ ਵੈਜ ਵੀ ਹੈ ਨਾ, ਇਸ ਤਰ੍ਹਾਂ ਦੀ ਰਿਪਰਜੈਂਟੇਸ਼ਨ ਨੂੰ ਆਪਾਂ ਬੋਲਦੇ ਹਾਂ ਵੈਜ ਫਾਰਮੂਲਾ। ਕੀ ਬੋਲਦੇ ਹਾਂ, ਵੈਜ ਫਾਰਮੂਲਾ। ਇਹ ਲਿਖਣ ਦਾ ਢੰਗ ਹੈ, ਰਿਪਰਜੈਂਟੇਸ਼ਨ ਹੈ, ਇਹਨੂੰ ਬੋਲਦੇ ਹਾਂ ਆਪਾਂ ਵੈਜ ਫਾਰਮੂਲਾ ਰਾਈਟ। ਇਹ ਆਪਾਂ ਨੂੰ ਕੰਮ ਆਏਗਾ RS ਨੋਮੈਨਕਲੇਚਰ ਵਿੱਚ। ਕੁਝ ਕੰਪਾਊਂਡਸ ਕਰਾਂਗੇ ਜਦੋਂ, ਤਾਂ RS ਨੋਮੈਨਕਲੇਚਰ 'ਤੇ ਚੱਲਦੇ ਹਾਂ ਹੈ ਨਾ। ਇਹ ਜੋ RS ਨੋਮੈਨਕਲੇਚਰ ਸਿਸਟਮ ਸੀਗਾ ਹੈ ਨਾ, ਜੋ ਆਪਣੇ ਡਿਫਰੈਂਟ ਸਟੀਰੀਓ ਆਈਸੋਮਰਸ ਹੁੰਦੇ ਨੇ, ਡਿਫਰੈਂਟ ਸਟੀਰੀਓ ਆਈਸੋਮਰਸ ਆਪਾਂ ਪੜ੍ਹਿਆ ਹੋਇਆ ਹੈ ਨਾ। ਤਾਂ ਸਟੀਰੀਓ ਆਈਸੋਮਰਸ ਹੁੰਦੇ ਨੇ ਜੋ, ਉਹਨਾਂ ਨੂੰ ਰਿਪਰਜੈਂਟ ਕਰਨ ਲਈ ਹੈ ਕਿ ਇੱਕ ਸਟੀਰੀਓ ਆਈਸੋਮਰ ਕਿਸੇ ਕੰਪਾਊਂਡ ਦਾ R ਹੈ ਕਿ ਦੂਸਰਾ ਕੀ ਹੈ, S ਹੈ। ਇਸ ਤਰ੍ਹਾਂ ਕੌਨਫੀਗਰੇਸ਼ਨ ਨਾਲ ਆਪਾਂ ਨੂੰ ਕੀ ਕਰਦੇ ਹਾਂ, ਰਿਪਰਜੈਂਟ ਕਰਦੇ ਹਾਂ। ਜਿਹੜਾ ਤੁਹਾਡਾ RS ਨੋਮੈਨਕਲੇਚਰ ਸੀ ਇਹ 3 ਬੰਦਿਆਂ ਨੇ ਦਿੱਤਾ ਸੀ। ਇੱਕ ਸੀਗਾ ਕਾਨ, ਇੱਕ ਸੀਗਾ ਇਨਗੋਲਡ, ਤੀਸਰਾ ਸੀਗਾ ਪ੍ਰੀਲੌਕ। ਇਹਦਾ ਕੋਈ ਜ਼ਿਆਦਾ ਕੰਮ ਨਹੀਂ ਹੈ, ਜਸਟ ਵੈਸੇ ਹੀ ਹੈ ਨਾ, ਇਨਫੋਰਮੇਸ਼ਨ ਲਈ ਦੱਸਦਾ ਰਾਈਟ। ਤਾਂ ਕੁਛ ਰੂਲਸ ਹੈ ਜੋ ਆਪਾਂ ਨੂੰ ਫੋਲੋ ਕਰਨੇ ਪੈਣੇ ਹੈ ਕਿਸੇ ਵੀ
ਮੋਲੀਕਿਊਲ ਦੇ ਵਿੱਚ ਆਪਾਂ ਨੂੰ ਰਿਪਰੈਜ਼ੈਂਟ ਕਰਨਾ ਕਿ ਇਹ ਆਰ ਹੈ ਕਿ ਐਸ ਹੈ। ਜਿਵੇਂ ਤੁਸੀਂ EZ ਨੋਮਨਕਲੇਚਰ ਕੀਤਾ ਸੀ, ਤੁਸੀਂ ਦੱਸ ਦਿੰਦੇ ਸੀ ਇਹ E ਹੈ, ਇਹ Z ਹੈ, ਐਂਟੀਜ਼ਨ ਹੈ, ਜ਼ੂਸਾਮੈਨ ਹੈ। ਜਿਵੇਂ ਤੁਸੀਂ ਪੜ੍ਹਿਆ ਸੀਗਾ ਜਿਓਮੈਟ੍ਰੀਕਲ ਆਈਸੋਮਰ ਜਿਹੜਾ ਸਿਸ ਟਰਾਂਸ ਹੈ ਨਾ, ਇੱਕ ਸਿਸ ਹੈ, ਟਰਾਂਸ। ਉਸੇ ਤਰ੍ਹਾਂ ਆਰ ਕਿਹੜਾ ਤੇ ਐਸ ਕਿਹੜਾ ਹੈ ਨਾ। ਇਹਦੇ ਵਿੱਚ ਆਰ ਦਾ ਵੀ ਇੱਕ ਨਾਮ ਹੈ। ਨਾਮ ਦਾ ਕੀ ਮਤਲਬ ਹੈ ਤੇ ਦੇਖੋ, ਆਰ ਦਾ ਮਤਲਬ ਹੈ ਇੱਥੇ, ਆਰ ਦਾ ਹੈ ਨਾਮ ਰੈਕਟਸ। ਰੈਕਟਸ ਤੋਂ ਲਿਆ ਗਿਆ ਹੈ ਆਰ, ਜਿਸ ਦਾ ਮੀਨਿੰਗ ਹੁੰਦਾ ਹੈ ਰਾਈਟ। ਠੀਕ ਹੈ ਜੀ। ਐਸ ਜੋ ਲਿਆ ਗਿਆ ਹੈ ਉਹ ਹੈ ਸਿਨਿਸਟਰ। ਕੀ ਹੈ ਜੀ? ਸਿਨਿਸਟਰ, ਜਿਹਦਾ ਕੀ ਮਤਲਬ ਹੁੰਦਾ ਹੈ ਲੈਫਟ। ਰਾਈਟ। ਆਰ ਤੇ ਐਸ ਆ ਹੁਣੇ ਅੱਗੇ ਜਾ ਕੇ ਮੈਂ ਦੱਸਦਾ ਇਹਨੂੰ ਰਾਈਟ ਤੇ ਲੈਫਟ ਦਾ ਕਿਵੇਂ ਆਪਾਂ ਰਿਪਰੈਜ਼ੈਂਟ ਕਰਦੇ ਹਾਂ। ਤਾਂ ਸੁਣੋ, ਇਹਦੇ 'ਚ ਆਪਾਂ ਕਰਨੇ ਆ ਸੀਕੁਐਂਸ ਰੂਲਸ। ਕੁਝ ਸੀਕੁਐਂਸ ਰੂਲਸ ਕਰਨੇ ਹੈ। एग्जाम्पल्स तो समझांगे, ज़्यादा अच्छी तरह समझ लगेगा। मैं लाइन भी बोल देना की कहना चाहते हैं। ये कहना चाहते हैं इफ़ द 4 एटम्स अटैच टू द chiral carbon atoms are all different, priority depends upon atomic number, with the atom having higher atomic number getting the higher priority and the atom having the lowest atomic number getting ਲੋਐਸਟ ਪ੍ਰਾਇਓਰਟੀ। ਕਹਿੰਦੇ ਕਿ ਇੱਕ ਕੰਪਾਊਂਡ ਹੈ, ਜਿਵੇਂ ਉਹਦੇ ਵਿੱਚ ਕੀ ਹੈ, ਕਾਇਰਲ ਕਾਰਬਨ ਹੈ। ਇੱਕ ਸਾਈਡ 'ਤੇ ਮੰਨ ਲਓ A ਲੱਗਿਆ ਹੋਇਆ, ਦੂਸਰੀ ਸਾਈਡ 'ਤੇ B ਲੱਗਿਆ ਹੋਇਆ, ਤੀਸਰੀ ਸਾਈਡ 'ਤੇ ਤੁਹਾਡੇ ਕੋਲ ਕੀ ਲੱਗਿਆ ਹੋਇਆ, C ਲੱਗਿਆ ਹੋਇਆ, ਫੋਰਥ ਸਾਈਡ 'ਤੇ ਕੀ ਲੱਗਿਆ ਹੋਇਆ, D। ਮਤਲਬ ਡਿਫਰੈਂਟ ਗਰੁੱਪਸ ਲੱਗੇ ਹੋਏ ਆ ਸਾਰੇ, ਇਸ ਕਰਕੇ ਇਹਨੂੰ ਕਾਇਰਲ ਕਾਰਬਨ ਬੋਲ ਰਹੇ। ਕਹਿੰਦੇ ਇਹਦੇ ਵਿੱਚ ਤੁਸੀਂ ਪ੍ਰੈਫਰੈਂਸ ਆਰਡਰ ਦੇਣਾ ਹੈ ਨਾ, ਪ੍ਰਾਇਓਰਟੀ ਦੇਣੀ ਹੈ ਨਾ। A B C D ਵਿੱਚੋਂ ਜਿਹਦਾ ਸਭ ਤੋਂ ਜ਼ਿਆਦਾ ਕੀ ਹੋਏਗਾ, ਅਟੋਮਿਕ ਨੰਬਰ ਕੀ ਹੋਏਗਾ, ਅਟੋਮਿਕ ਨੰਬਰ ਜਿਹਦਾ ਕੀ ਹੋਏਗਾ, ਜ਼ਿਆਦਾ ਹੋਏਗਾ, ਉਹਨੂੰ ਆਪਾਂ ਕੀ ਦੇਣੀ ਹੈ, ਹਾਈਐਸਟ ਪ੍ਰਾਇਓਰਟੀ ਦੇਣੀ ਹੈ। ਜਿਵੇਂ ਜਿਵੇਂ ਘਟਦਾ ਜਾਏਗਾ ਉਵੇਂ ਪ੍ਰਾਇਓਰਟੀ ਘਟਦੀ ਜਾਏਗੀ। ਰਾਈਟ। ਇੱਕ ਐਗਜ਼ਾਮਪਲ ਲੈਂਦੇ ਆ, ਐਗਜ਼ਾਮਪਲ ਤਾਂ ਬਹੁਤ ਅੱਛਾ ਸਮਝ ਲੱਗੇਗਾ। ਜਿਵੇਂ ਕਾਰਬਨ ਹੈ ਆਪਣੇ ਕੋਲ, ਇੱਥੇ ਕਾਰਬਨ, ਇੱਧਰ ਲੱਗਿਆ ਹੋਇਆ ਤੁਹਾਡੇ ਕੋਲ Cl, ਇੱਧਰ ਲੱਗਿਆ ਹੋਇਆ ਤੁਹਾਡੇ ਕੋਲ ਆਇਓਡੀਨ, ਇੱਧਰ ਲੱਗਿਆ ਹੋਇਆ ਤੁਹਾਡੇ ਕੋਲ ਹਾਈਡਰੋਜਨ ਐਂਡ ਫੋਰਥ ਲੱਗਿਆ ਹੋਇਆ ਤੁਹਾਡੇ ਕੋਲ Br। ਧਿਆਨ ਨਾਲ ਦੇਖੋ, ਜੋ ਆਪਣੇ ਕੋਲ ਆਇਓਡੀਨ ਹੈ, Cl, ਹਾਈਡਰੋਜਨ ਤੇ Br, ਕਾਰਬਨ ਨੂੰ ਨਹੀਂ ਦੇਖਣਾ ਇੱਥੇ ਆਪਾਂ। ਜਿਹੜਾ ਆਇਓਡੀਨ ਹੈ ਉਹਦਾ ਅਟੋਮਿਕ ਨੰਬਰ ਸਭ ਤੋਂ ਜ਼ਿਆਦਾ, ਤੇ ਇਸ ਕਰਕੇ ਉਹਨੂੰ ਫਸਟ ਪ੍ਰਾਇਓਰਟੀ ਦੇਵਾਂਗੇ। ਦੂਸਰਾ ਬ੍ਰੋਮੀਨ ਦਾ ਹੁੰਦਾ, ਬ੍ਰੋਮੀਨ ਦਾ ਕੀ ਅਟੋਮਿਕ ਨੰਬਰ ਘੱਟ ਹੁੰਦਾ, ਉਹਨੂੰ ਸੈਕਿੰਡ ਪ੍ਰਾਇਓਰਟੀ। ਥਰਡ ਕਲੋਰੀਨ ਨੂੰ ਮਿਲੇਗੀ, ਉਹਦਾ ਅਟੋਮਿਕ ਨੰਬਰ ਉਸ ਤੋਂ ਘੱਟ ਹੁੰਦਾ। ਫੋਰਥ ਪ੍ਰਾਇਓਰਟੀ ਮਿਲੇਗੀ ਆਪਣੇ ਹਾਈਡਰੋਜਨ। ਠੀਕ ਹੈ ਜੀ। ਇਸ ਤਰ੍ਹਾਂ ਤੁਸੀਂ ਸਭ ਤੋਂ ਪਹਿਲਾ ਰੂਲ ਕੀ ਹੈ, ਤੁਸੀਂ ਕੀ ਦੇਣੀ ਹੈ, ਸੈੱਟ ਕਰਨੀ ਹੈ, ਸੈੱਟ ਪ੍ਰਾਇਓਰਿਟੀ ਆਫ ਡਿਫਰੈਂਟ groups according to their atomic number। ਆਪਾਂ ਨੂੰ ਪਤਾ ਸੀਗਾ ਕਿ ਆਇਓਡੀਨ ਦਾ ਸਭ ਤੋਂ ਜ਼ਿਆਦਾ ਹੈ, Br ਦਾ ਉਸ ਤੋਂ ਘੱਟ ਹੈ, ਕਲੋਰੀਨ ਦਾ ਉਸ ਤੋਂ ਘੱਟ, ਤੇ ਸਭ ਤੋਂ ਘੱਟ ਹੈ ਹਾਈਡਰੋਜਨ ਦਾ। ਇਸ ਕਰਕੇ ਆਪਾਂ ਇਸ ਤਰ੍ਹਾਂ ਪ੍ਰਾਇਓਰਟੀ ਦਿੱਤੀ। ਕਲੀਅਰ ਹੈ ਸਾਰਿਆਂ ਨੂੰ, ਹੈ ਨਾ। ਨੈਕਸਟ ਦੇਖੋ ਜ਼ਰਾ, ਇੱਥੇ ਇੱਕ ਚੀਜ਼ ਆਪਾਂ ਹੋਰ ਐਡ ਕਰਾਂਗੇ। ਅਗਰ 2 ਐਟਮਸ ਕੀ ਹੈ, ਐਸੇ ਪੁਆਇੰਟ ਵਿੱਚ ਮੈਂ ਇੱਥੇ ਐਗਜ਼ਾਮਪਲ ਲੈਣਾ ਇੱਕ ਹੋਰ। ਇਹ ਫਸਟ ਐਗਜ਼ਾਮਪਲ ਸੀ ਆਪਣੀ। ਸੈਕਿੰਡ ਐਗਜ਼ਾਮਪਲ ਦੇਖੋ, ਸੈਕਿੰਡ ਐਗਜ਼ਾਮਪਲ ਇਹ ਕਾਰਬਨ ਹੈ। ਇੱਕ ਸਾਈਡ 'ਤੇ ਮੈਂ ਕੀ ਲਗਾਤਾ, Cl ਲਗਾਤਾ, ਇੱਕ ਸਾਈਡ 'ਤੇ ਮੈਂ Br ਲਗਾਤਾ, ਇੱਕ ਸਾਈਡ 'ਤੇ ਮੈਂ ਹਾਈਡਰੋਜਨ ਲਗਾਤਾ, ਫੋਰਥ ਸਾਈਡ 'ਤੇ ਮੈਂ ਡਿਊਟੀਰੀਅਮ ਲਗਾਤਾ। ਸਾਰਿਆਂ ਨੂੰ ਡਿਊਟੀਰੀਅਮ ਬਾਰੇ ਪਤਾ, ਇੱਕ ਹੁੰਦਾ ਪ੍ਰੋਟੀਅਮ, ਇੱਕ ਹੁੰਦਾ ਡਿਊਟੀਰੀਅਮ, ਇੱਕ ਹੁੰਦਾ ਟ੍ਰੀਟੀਅਮ, ਹੈ ਨਾ। ਇਹ ਤਿੰਨੋਂ ਕੀ ਹੈ, ਹਾਈਡਰੋਜਨ ਦੇ ਆਈਸੋਟੋਪ ਹੈ। ਦਿਸ ਇਜ਼ 1 1 1 2 1 3, ਹੈ ਨਾ। ਇਹ ਤਿੰਨੋਂ ਆਈਸੋਟੋਪ ਹੈ, ਕਾਦੇ ਆਈਸੋਟੋਪਸ ਆਫ ਹਾਈਡਰੋਜਨ, ਜਿਨ੍ਹਾਂ ਦਾ ਕੀ ਹੈ, ਅਟੋਮਿਕ ਨੰਬਰ ਸੇਮ ਹੈ। ਅਟੋਮਿਕ ਨੰਬਰ ਕੀ ਹੈ, ਸੇਮ ਹੈ, ਬਟ ਡਿਫਰੈਂਟ ਕੀ ਹੈ, ਮਾਸ ਨੰਬਰ। ਤਾਂ ਹੁਣ ਆ ਜਿਹੜਾ ਹਾਈਡਰੋਜਨ ਹੈ ਤੇ ਡਿਊਟੀਰੀਅਮ ਹੈ, ਇਹਨਾਂ ਦੀ ਪ੍ਰਾਇਓਰਟੀ ਕਿਵੇਂ ਸੈੱਟ ਕਰੀਏ। ਤਾਂ ਸਭ ਤੋਂ ਪਹਿਲੇ ਤਾਂ ਫਸਟ ਪ੍ਰਾਇਓਰਟੀ ਬ੍ਰੋਮੀਨ ਦੇ ਦਾਂਗੇ, ਸੈਕਿੰਡ ਕਲੋਰੀਨ ਨੂੰ ਦੇ ਦਾਂਗੇ, ਥਰਡ ਕਿਹਨੂੰ ਦਈਏ ਤੇ ਫੋਰਥ ਕਿਹਨੂੰ ਦਈਏ। ਤਾਂ ਅਗਰ ਅਟੋਮਿਕ ਨੰਬਰ ਕੀ ਹੋਵੇ, ਸੇਮ ਹੋਵੇ, ਤਾਂ ਫਿਰ ਆਪਾਂ ਮਾਸ ਦੇਖਾਂਗੇ ਕਿਹਦਾ ਜ਼ਿਆਦਾ ਹੈ।
ਤਾਂ ਆਪਣਾ ਕੀ ਹੈ, ਜਿਹੜਾ ਪ੍ਰੋਟੀਅਮ ਹੁੰਦਾ ਹੈ ਉਹਦਾ ਮਾਸ ਕੀ ਹੁੰਦਾ, ਸਭ ਤੋਂ ਘੱਟ, ਡਿਊਟੀਰੀਅਮ ਦਾ ਉਸ ਤੋਂ ਜ਼ਿਆਦਾ, ਟ੍ਰੀਟੀਅਮ ਦਾ ਸਭ ਤੋਂ ਜ਼ਿਆਦਾ। ਪ੍ਰੋਟੀਅਮ, ਡਿਊਟੀਰੀਅਮ, ਟ੍ਰੀਟੀਅਮ, ਇਸ ਤਰ੍ਹਾਂ ਤੁਸੀਂ ਕੀ ਹੈ ਮਾਸ ਦੀ ਗੱਲ ਕਰਦੇ ਹੋ ਇੱਥੇ, ਰਾਈਟ। ਤਾਂ ਫਿਰ ਜਿਹਦਾ ਜ਼ਿਆਦਾ ਮਾਸ ਆ ਉਹਨੂੰ ਹਾਇਰ ਪ੍ਰਾਇੋਰਟੀ ਦੇਵਾਂਗੇ, ਤੇ ਯਾਨੀ ਡਿਊਟੀਰੀਅਮ ਨੂੰ 3rd ਤੇ ਹਾਈਡਰੋਜਨ ਪ੍ਰੋਟੀਅਮ ਨੂੰ ਕੀ ਹੋਏਗੀ 4th। ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ। ਅਗਰ ਆਈਸੋਟੋਪ ਹੋਣਗੇ ਕਿਸੇ ਦੇ ਤਾਂ ਉਹਨਾਂ ਦਾ ਐਟੋਮਿਕ ਨੰਬਰ ਸੇਮ ਹੋਏਗਾ, ਤਾਂ ਫਿਰ ਤੁਸੀਂ ਕੀ ਦੇਖੋਗੇ ਉੱਥੇ, ਮਾਸ ਦੇਖੋਗੇ, ਮਾਸ ਨੰਬਰ ਦੇਖੋਗੇ, ਰਾਈਟ। ਤਾਂ ਸੈਕਿੰਡ ਪੁਆਇੰਟ ਇਹਦੇ ਵਿੱਚ ਜੋ ਸੀਕੁਐਂਸ ਰੂਲਸ ਵਿੱਚ ਸੈਕਿੰਡ ਪੁਆਇੰਟ ਹੈ ਉਹ ਦੇਖੋ, ਕਹਿੰਦੇ ਇਫ ਦਾ ਰਿਲੇਟਿਵ ਪ੍ਰਾਇੋਰਟੀ ਆਫ ਟੂ ਗਰੁੱਪਸ ਕੈਨ ਨਾਟ ਬੀ ਡਿਸਾਈਡਡ ਬਾਈ ਰੂਲ 1। ਰੂਲ 1 ਨਾਲ ਆਪਾਂ ਡਿਸਾਈਡ ਨਹੀਂ ਕਰ ਪਾ ਰਹੇ ਕਿਹਨੂੰ ਫਸਟ ਦਈਏ ਕਿਹਨੂੰ ਸੈਕਿੰਡ ਦਈਏ, ਕਹਿੰਦੇ ਦੈਨ ਦਾ ਨੈਕਸਟ ਐਟਮਸ ਆਰ ਕੰਸੀਡਰਡ ਫॉर ਪ੍ਰਾਇੋਰਟੀ ਅਸਾਈਨਮੈਂਟ। ਕਹਿੰਦੇ ਅਗਰ ਜਿਨ੍ਹਾਂ ਤੋਂ ਆਪਾਂ ਪ੍ਰਾਇੋਰਟੀ ਸੈੱਟ ਕਰਨੀ ਹੈ ਨਾ, ਉਹ ਪਹਿਲੇ ਵਾਲਾ ਐਟਮ ਕੀ ਆ ਸੇਮ ਹੈ, ਤਾਂ ਫਿਰ ਉਹਦੇ ਨੈਕਸਟ ਵਾਲਾ ਦੇਖਾਂਗੇ। ਐਗਜ਼ਾਮਪਲ ਤੋਂ ਸਮਝਦੇ ਹਾਂ ਨਾ, ਥੋੜੀ ਜਿਹੀ ਐਗਜ਼ਾਮਪਲ ਸਹੀ ਸਮਝ ਲੱਗੇਗਾ। ਇੱਥੇ ਕਾਰਬਨ ਹੈ, ਇੱਥੇ ਕੀ ਹੈ OH ਗਰੁੱਪ ਹੈ, ਐਲਕੋਹਲ ਗਰੁੱਪ। ਇੱਧਰ ਕੀ ਹੈ ਹਾਈਡਰੋਜਨ ਹੈ, ਇੱਕ ਸਾਈਡ ਤੇ ਕੀ ਹੈ ਤੁਹਾਡੇ ਕੋਲ C2H5 ਹੈ। ਇਹਨੂੰ ਆਪਾਂ ਖੋਲ ਕੇ ਵੀ ਲਿਖ ਸਕਦੇ ਹਾਂ, ਖੋਲ ਕੇ ਲਿਖੀਏ ਜ਼ਰਾ, ਇਹ ਬਣ ਜਾਏਗਾ ਤੁਹਾਡੇ ਕੋਲ CH2CH3। ਇੱਕ ਸਾਈਡ ਤੇ ਮੇਰੇ ਕੋਲ ਕੀ ਹੈ CH3 ਹੈ। ਹੁਣ ਤੁਸੀਂ ਇਹਦੇ 'ਚ ਪ੍ਰਾਇੋਰਟੀ ਸੈੱਟ ਕਰਨੀ ਹੈ, ਤਾਂ ਆਪਾਂ ਨੂੰ ਪਤਾ ਹੈ ਕਾਰਬਨ, ਆਕਸੀਜਨ ਤੇ ਹਾਈਡਰੋਜਨ ਵਿੱਚੋਂ ਆਕਸੀਜਨ ਦਾ ਕੀ ਹੁੰਦਾ ਐਟੋਮਿਕ ਨੰਬਰ ਸਭ ਤੋਂ ਜ਼ਿਆਦਾ, ਤਾਂ ਫਸਟ ਪ੍ਰਾਇੋਰਟੀ ਆਪਾਂ ਸੈੱਟ ਕਰਤੀ। ਸੈਕਿੰਡ ਕਾਰਬਨ ਤੇ ਹਾਈਡਰੋਜਨ ਕਿਹਦਾ ਜ਼ਿਆਦਾ ਹੁੰਦਾ, ਕਾਰਬਨ ਦਾ, ਤਾਂ ਇਹ ਵਾਲਾ ਤੇ ਆਹ ਵਾਲਾ, ਇਹਨਾਂ ਦੋਵਾਂ 'ਚ ਥੋੜੀ ਜਿਹੀ ਦਿੱਕਤ ਹੈ ਆਪਾਂ ਨੂੰ। ਕੀ ਦਿੱਕਤ ਹੈ ਕਿ ਦੋਵੇਂ ਹੀ ਕਾਰਬਨ ਹੈ, ਤਾਂ ਫਿਰ ਸੈਕਿੰਡ ਪ੍ਰੈਫਰੈਂਸ ਕਿਹਨੂੰ ਦਈਏ, ਹੈ ਨਾ। ਤਾਂ ਸੈਕਿੰਡ ਪ੍ਰਾਇੋਰਟੀ ਕਿਹਨੂੰ ਦੇਣੀ ਹੈ ਤੇ ਹੈ ਨਾ ਥਰਡ ਕਿਹਨੂੰ ਦੇਣੀ ਹੈ, ਇਹਦੇ ਵਿੱਚ ਆਪਾਂ ਦੇਖਾਂਗੇ ਕਿ ਅਗਰ ਆਪਾਂ ਡਿਸਾਈਡ ਨਾ ਕਰ ਪਾ ਰਹੀ ਹੋਈਏ ਤਾਂ ਆਪਾਂ ਨੈਕਸਟ ਵਾਲਾ ਐਟਮ ਦੇਖਦੇ ਹਾਂ। ਨੈਕਸਟ ਵਾਲਾ ਦੇਖੋ, ਇਸ ਕਾਰਬਨ ਦੇ ਵਿੱਚ ਕੀ ਹੈ, ਆਹ ਵਾਲੀ ਕਾਰਬਨ ਹੈ ਜੋ, ਧਿਆਨ ਨਾਲ ਦੇਖੋ, ਜੋ ਆਹ ਵਾਲੀ ਕਾਰਬਨ ਹੈ ਇਹਦਾ ਮੈਂ ਬਣਾ ਰਿਹਾ, ਇਸ ਕਾਰਬਨ ਨਾਲ ਅੱਗੇ ਕੌਣ ਲੱਗਿਆ ਹੋਇਆ ਹੈ, ਇਹਦੇ ਨਾਲ ਇੱਕ ਅੱਗੇ ਕਾਰਬਨ ਲੱਗਿਆ ਹੋਇਆ, ਇਹਦੇ ਨਾਲ ਇੱਕ ਹਾਈਡਰੋਜਨ ਇੱਧਰ ਲੱਗਿਆ, ਇੱਕ ਹਾਈਡਰੋਜਨ ਇਸ ਸਾਈਡ ਤੇ ਲੱਗਿਆ। ਉਸੇ ਤਰ੍ਹਾਂ ਅਗਰ ਮੈਂ ਦੂਸਰੀ ਕਾਰਬਨ ਦੀ ਗੱਲ ਕਰਾਂ, ਇਸ ਕਾਰਬਨ ਦੀ, ਤਾਂ ਇਸ ਕਾਰਬਨ ਨਾਲ ਕੀ ਲੱਗਿਆ ਹੋਇਆ ਹੈ, ਇੱਧਰਲੇ ਪਾਸੇ ਇੱਕ ਹਾਈਡਰੋਜਨ, ਇੱਧਰ ਵੀ ਹਾਈਡਰੋਜਨ, ਇੱਧਰ ਵੀ ਹਾਈਡਰੋਜਨ। ਧਿਆਨ ਨਾਲ ਦੇਖੋ, ਦੋ ਹਾਈਡਰੋਜਨ ਤਾਂ ਸੇਮ ਹੈ, ਬਟ ਜਿਹੜਾ ਤੀਸਰਾ ਹੈ ਨਾ, ਇੱਕ ਪਾਸੇ ਕੀ ਹੈ ਕਾਰਬਨ ਲੱਗਿਆ ਹੈ, ਦੂਸਰੇ ਵਿੱਚ ਕੀ ਲੱਗਿਆ ਹੋਇਆ ਹਾਈਡਰੋਜਨ। ਤਾਂ ਫਿਰ ਕਾਰਬਨ ਦਾ ਇੱਥੇ ਆਪਾਂ ਡਿਸਟਿੰਗੁਇਸ਼ ਕਰ ਸਕਦੇ ਹਾਂ। ਇਹਦੇ ਹਿਸਾਬ ਨਾਲ ਆਪਣਾ ਜੋ ਸੈਕਿੰਡ ਪ੍ਰਾਇੋਰਟੀ ਹੋਏਗੀ ਆਪਾਂ ਨੂੰ ਇਹਨੂੰ ਦੇਣੀ ਪਏਗੀ। ਦਿਸ ਇਜ਼ ਸੈਕਿੰਡ ਪ੍ਰਾਇੋਰਟੀ, ਦਿਸ ਇਜ਼ ਥਰਡ ਪ੍ਰਾਇੋਰਟੀ, ਦਿਸ ਇਜ਼ ਹਾਈਡਰੋਜਨ ਦੀ ਫੋਰਥ ਪ੍ਰਾਇੋਰਟੀ। ਠੀਕ ਹੈ, ਅਗਰ ਸੇਮ ਹੈ ਤਾਂ ਫਿਰ ਉਸ ਤੋਂ ਵੀ ਅਗਲਾ ਆਈਟਮ ਦੇਖਾਂਗੇ ਕਿ ਕੀ ਦਿੱਕਤ ਹੈ, ਕਿਵੇਂ ਹੈ, ਰਾਈਟ। ਇੱਕ ਹੋਰ ਐਗਜ਼ਾਮਪਲ ਕਰਦੇ ਹਾਂ, ਉੱਥੇ ਜ਼ਿਆਦਾ ਅੱਛਾ ਸਮਝ ਲੱਗੇਗਾ। ਧਿਆਨ ਨਾਲ ਦੇਖੋ, ਐਗਜ਼ਾਮਪਲ ਨੰਬਰ ਲੈ ਰਹੇ ਹਾਂ ਇੱਥੇ ਆਪਾਂ, देखो ज़रा, एक कंपाउंड है CH3, CH3 कार्बन ਤੇ क्लोरीन, इधर CH2 Cl ਅਤੇ हाइड्रोजन। पहली गल तो तुसी कायरल कार्बन देखना, ਆਹ ਵਾਲਾ ਕਾਇਰਲ ਕਾਰਬਨ ਨਹੀਂ ਹੈਗਾ, ਹੈ ਨਾ, ਆਹ ਵਾਲਾ ਕਾਇਰਲ ਕਾਰਬਨ ਨਹੀਂ ਹੈਗਾ, ਆਹ ਵਾਲਾ ਕਾਇਰਲ ਕਾਰਬਨ ਨਹੀਂ ਹੈਗਾ, ਆਹ ਵਾਲਾ ਕਾਇਰਲ ਕਾਰਬਨ ਨਹੀਂ ਹੈਗਾ, ਹੈ ਨਾ। ਤਾਂ ਤੁਹਾਡਾ ਕਾਇਰਲ ਕਾਰਬਨ ਕਿਹੜਾ ਹੈ, ਆਹ ਤੁਹਾਡਾ ਕਾਇਰਲ ਕਾਰਬਨ ਹੈ, ਸਹੀ ਵਾਲਾ, ਠੀਕ ਹੈ। ਬਾਕੀ ਸਾਰੇ ਕੋਈ ਵੀ ਕਾਇਰਲ ਕਾਰਬਨ ਨਹੀਂ ਹੈਗਾ, ਓਕੇ ਜੀ, ਹੈ ਨਾ। ਆਹ ਕਾਇਰਲ ਕਾਰਬਨ ਨਹੀਂ ਹੈਗੇ, ਤਾਂ ਕਾਇਰਲ ਕਾਰਬਨ 'ਤੇ ਆਪਾਂ ਕਰਨਾ। ਤਾਂ ਦੇਖੋ ਜ਼ਰਾ, ਆਪਾਂ ਫਸਟ ਪ੍ਰੈਫਰੈਂਸ, ਪਹਿਲੀ ਗੱਲ ਤਾਂ ਪ੍ਰੈਫਰੈਂਸ 'ਚ ਆ ਕੌਣ ਕੌਣ ਰਿਹਾ, ਇੱਕ ਤਾਂ ਆ ਰਿਹਾ Cl, ਇੱਕ ਆ ਰਿਹਾ ਇੱਧਰੋਂ ਕਾਰਬਨ, ਇੱਧਰੋਂ ਹਾਈਡਰੋਜਨ, ਇੱਧਰੋਂ ਕਾਰਬਨ, ਰਾਈਟ, ਜਿਹੜੇ ਨਾਲ ਲੱਗੇ ਹੋਏ ਆ। ਤਾਂ ਕਲੋਰੀਨ ਹੈ ਸਭ ਤੋਂ ਪਹਿਲੇ, ਇਹਦੀ ਫਸਟ ਪ੍ਰਾਇੋਰਟੀ ਤਾਂ ਹੋ ਗਈ, ਇਹ ਤਾਂ ਡਨ ਹੋ ਗਿਆ, ਰਾਈਟ। ਸੈਕਿੰਡ ਪ੍ਰਾਇੋਰਟੀ ਦੇਣੀ ਹੈ ਹਾਈਡਰੋਜਨ, ਤਾਂ ਲਾਸਟ ਹੀ ਬਣ ਰਹੀ ਹੈ, ਤੇ ਇੱਧਰ ਕਾਰਬਨ ਹੈ, ਇੱਧਰ ਵੀ ਕਾਰਬਨ ਹੈ, ਦੋਵੇਂ ਕਾਰਬਨ ਚੈੱਕ ਕਰਾਂਗੇ। ਆਹ ਕਾਰਬਨ ਦੀ ਗੱਲ ਕਰੀਏ ਤਾਂ ਇਹ ਇਸ ਤਰ੍ਹਾਂ ਅਟੈਚਡ ਹੈ, ਇਸ ਕਾਰਬਨ ਨਾਲ ਇੱਕ ਪਾਸੇ ਲੱਗਿਆ ਹੋਇਆ ਤੁਹਾਡੇ ਕੋਲ H, ਇੱਕ ਪਾਸੇ ਲੱਗਿਆ ਹੋਇਆ ਕਾਰਬਨ, ਇਸ ਪਾਸੇ ਵੀ ਕੀ ਲੱਗਿਆ ਹੋਇਆ ਕਾਰਬਨ, ਯਾਨੀ ਇਸ ਕਾਰਬਨ ਨਾਲ ਦੋ ਕਾਰਬਨ ਤੇ ਇੱਕ ਹਾਈਡਰੋਜਨ ਲੱਗਿਆ। ਇਸ ਕਾਰਬਨ ਦੀ ਗੱਲ ਕਰੀਏ ਤਾਂ ਇਹਦੇ ਨਾਲ ਕੀ ਹੈ, ਦੋ ਹਾਈਡਰੋਜਨ ਲੱਗੇ ਹੋਏ ਹੈ, ਇੱਕ ਅੱਗੋਂ ਕੀ ਲੱਗਿਆ ਹੋਇਆ Cl ਲੱਗਿਆ ਹੋਇਆ ਹੈ ਨਾ।
ਤਾਂ ਇੱਥੇ ਆਪਾਂ ਨੂੰ ਕੀ ਦੇਖਣਾ ਪੈਣਾ ਹੈ ਕਿ ਨਾਲ ਵਾਲਾ ਜਿਹੜਾ ਲੱਗਿਆ ਹੈ ਉਹ ਕੌਣ ਹੈ। ਇਸ ਕਾਰਬਨ ਨਾਲ 2 ਕਾਰਬਨ ਲੱਗੇ ਹੈ ਨਾ। ਕਾਰਬਨ ਦਾ ਕੀ ਐਟੋਮਿਕ ਨੰਬਰ SCN ਨਾਲੋਂ ਤਾਂ ਘੱਟ ਹੀ ਹੋਏਗਾ ਨਾ, ਹੈ ਨਾ। ਤਾਂ ਫਿਰ ਸੈਕਿੰਡ ਪ੍ਰਾਇੋਰਟੀ ਬਣਦੀ ਹੈ ਇਸ ਕਾਰਬਨ ਦੀ, ਯਾਨੀ ਸੈਕਿੰਡ ਪ੍ਰਾਇੋਰਟੀ ਦੇ ਦਾਂਗੇ ਇਹਨੂੰ, ਆਪਾਂ ਥਰਡ ਦੇਣੀ ਪੈਣੀ ਹੈ ਇਹਨੂੰ। ਬਸ ਇੱਥੇ ਡਿਫਰੈਂਸ ਆ ਗਿਆ ਨਾ। ਆ ਕਾਰਬਨ ਹੈ, ਆਹ ਵਾਲਾ ਕਾਰਬਨ ਹੈ, ਇਹਦੇ ਨਾਲ ਹਾਈਡਰੋਜਨ ਲੱਗਿਆ ਤੇ ਕਲੋਰੀਨ ਲੱਗਿਆ, ਇਹਦੇ ਨਾਲ ਕਾਰਬਨ ਤੇ ਹਾਈਡਰੋਜਨ ਲੱਗਿਆ ਤੇ ਕਲੋਰੀਨ ਦੀ ਪ੍ਰੈਫਰੈਂਸ ਜ਼ਿਆਦਾ ਹੁੰਦੀ ਹੈ। ਇਸ ਕਰਕੇ ਫਿਰ ਸੈਕਿੰਡ ਪ੍ਰੈਫਰੈਂਸ ਦੇਣੇ ਇਸ ਨੂੰ, ਥਰਡ ਇਸ ਵਾਲੇ ਨੂੰ ਤੇ ਫੋਰਥ ਹਾਈਡਰੋਜਨ ਨੂੰ। ਠੀਕ ਹੈ, ਪ੍ਰੈਫਰੈਂਸ ਸੈੱਟ ਕਰਨੀ ਆ ਗਈ ਹੈ ਨਾ। ਤਾਂ ਥਰਡ ਸੀਕੁਐਂਸ ਰੂਲ ਕਰਦੇ ਹਾਂ ਇਸ ਤੋਂ ਬਾਅਦ। ਥਰਡ ਸੀਕੁਐਂਸ ਰੂਲ ਕੀ ਕਹਿੰਦਾ ਤੁਹਾਨੂੰ ਇੱਥੇ ਧਿਆਨ ਨਾਲ ਦੇਖੋ। ਥਰਡ ਸੀਕੁਐਂਸ ਰੂਲ ਕਹਿੰਦਾ ਹੈ, ਕਹਿੰਦੇ ਵੇਅਰ ਦੇਅਰ ਇਜ਼ ਡਬਲ ਬੌਂਡ ਔਰ ਟ੍ਰਿਪਲ ਬੌਂਡ। ਕਹਿੰਦੇ ਡਬਲ ਬੌਂਡ ਤੇ ਟ੍ਰਿਪਲ ਬੌਂਡ ਦੀ ਗੱਲ ਹੋ ਰਹੀ ਹੈ ਹੁਣ, ਡਬਲ ਐਂਡ ਟ੍ਰਿਪਲ ਬੌਂਡ ਅਗਰ ਜਿੱਥੇ ਵੀ ਹੁੰਦਾ ਤਾਂ ਕੀ ਕਹਿਣਾ ਚਾਹੁੰਦੇ ਆ, ਬੋਥ ਐਟਮਸ ਆਰ ਕੰਸੀਡਰਡ ਟੂ ਬੀ ਡੁਪਲੀਕੇਟਿਡ ਔਰ ਟ੍ਰਿਪਲੀਕੇਟਿਡ। ਡੁਪਲੀਕੇਟਿਡ ਐਂਡ ਟ੍ਰਿਪਲੀਕੇਟਿਡ, ਹੈ ਨਾ। ਇਹ ਸਮਝਣਾ ਪੈਣਾ ਹੈ, ਇਹ ਵੀ ਬੜਾ ਇੰਪੋਰਟੈਂਟ ਪੁਆਇੰਟ ਹੈ, ਇਹਨੂੰ ਵੀ ਸਮਝਣਾ ਪੈਣਾ ਹੈ। ਧਿਆਨ ਨਾਲ ਦੇਖੋ। ਅਗਰ ਇੱਥੇ ਆਪਾਂ ਇੱਕ ਐਗਜ਼ਾਮਪਲ ਲੈਂਦੇ ਤਾਂ ਜ਼ਿਆਦਾ ਅੱਛਾ ਰਹੇਗਾ। ਜਿਵੇਂ ਹੈ ਨਾ, ਮੈਂ ਲਗਾ ਲੈਣਾ ਸਿੱਧਾ ਇੱਕ ਐਗਜ਼ਾਮਪਲ ਲੈਂਦੇ ਹਾਂ ਡਾਇਰੈਕਟ। ਕਹਿੰਦੇ ਇੱਕ ਮੰਨ ਲਓ ਇੱਕ ਸਾਈਡ 'ਤੇ ਆ ਲੱਗਿਆ ਹੋਇਆ ਕਿਸੇ ਕਾਇਰਲ ਕਾਰਬਨ ਦੇ ਨਾਲ, ਹੈ ਨਾ। ਇੱਕ ਸਾਈਡ 'ਤੇ ਲੱਗਿਆ ਹੈ CHO ਗਰੁੱਪ ਲੱਗਿਆ ਹੋਇਆ ਹੈ। ਠੀਕ ਹੈ ਜੀ, ਇਹਨੂੰ ਥੋੜ੍ਹਾ ਜਿਹਾ ਖੋਲ੍ਹਦੇ ਹਾਂ। ਅਗਰ ਇਹਨੂੰ ਆਪਾਂ ਖੋਲ੍ਹਦੇ ਹਾਂ ਤਾਂ ਇਹ ਬਣ ਜਾਂਦਾ C ਡਬਲ ਬੌਂਡ OH। ਕਹਿੰਦੇ ਇਸ ਡਬਲ ਬੌਂਡ ਦਾ ਮਤਲਬ ਕੀ ਹੈ, ਇਹ ਸਮਝਾਇਆ ਇਹਨਾਂ ਨੇ। ਡੁਪਲੀਕੇਟਿਡ ਟ੍ਰਿਪਲੀਕੇਟਿਡ ਕਿਸ ਤਰ੍ਹਾਂ ਕਰਨਾ ਹੈ, ਤਾਂ ਥੋੜ੍ਹਾ ਜਿਹਾ ਇਹਨੂੰ ਖੋਲ੍ਹ ਕੇ ਲਿਖਦੇ ਹਾਂ। ਕਹਿੰਦੇ ਅਗਰ ਤੁਸੀਂ ਡਬਲ ਬੌਂਡ ਨੂੰ ਰੀਪ੍ਰਜੈਂਟ ਕਰਨਾ ਹੈ ਤਾਂ ਇਹਦਾ ਸਿੱਧਾ ਸਾਦਾ ਮਤਲਬ ਇਹ ਹੈ ਕਿ ਆਹ ਜਿਹੜਾ ਕਾਰਬਨ ਹੈ ਅੱਗੋਂ ਡਬਲ ਬੌਂਡ O ਹੈ ਤਾਂ ਇਹਦਾ ਮਤਲਬ 2 ਆਕਸੀਜਨ ਲੱਗੇ ਹੋਏ ਨੇ ਕਿਹਦੇ ਨਾਲ, ਇਸ ਕਾਰਬਨ ਦੇ ਨਾਲ। ਇਸ ਡਬਲ ਬੌਂਡ ਦਾ ਮਤਲਬ ਇਹ ਹੈ। ਇੱਕ ਹਾਈਡਰੋਜਨ ਤਾਂ ਲੱਗਿਆ ਹੋਇਆ, ਚਲੋ ਕਾਰਬਨ ਦੇ 4 ਬੌਂਡ ਪੂਰੇ। ਤੇ ਇਸ ਡਬਲ ਬੌਂਡ ਨਾਲ 2 ਕਾਰਬਨ, ਇੱਕ ਕਾਰਬਨ ਲੱਗਿਆ ਤਾਂ ਇਹਦਾ ਮਤਲਬ ਡਬਲ ਬੌਂਡ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਇਸ ਆਕਸੀਜਨ ਨਾਲ ਕੀ ਹੈ, 2 ਕਾਰਬਨ ਲੱਗਿਆ। ਇੱਕ ਕਾਰਬਨ ਦਾ ਚਲੋ ਆਪਾਂ ਰੀਪ੍ਰਜੈਂਟ ਕਰਤਾ, ਅੱਗੋਂ ਇੱਕ ਕਾਰਬਨ ਹੋਰ ਲੱਗਿਆ ਹੋਇਆ। ਇਸ ਤਰ੍ਹਾਂ ਇਹਨੂੰ ਰੀਪ੍ਰਜੈਂਟ ਕੀਤਾ ਜਾਂਦਾ ਕਿ ਬੋਥ ਦਾ ਐਟਮਸ ਆਰ ਕੰਸੀਡਰਡ ਟੂ ਬੀ ਡੁਪਲੀਕੇਟਿਡ ਔਰ ਟ੍ਰਿਪਲੀਕੇਟਿਡ। ਸਮਝ ਪਾਏ ਕਿ ਨਹੀਂ ਸਮਝ ਪਾਏ ਕਿ ਆਹ ਜਿਹੜਾ ਡਬਲ ਬੌਂਡ ਹੈ ਇਹਦਾ ਮਤਲਬ ਹੈ ਕਿ 2 ਕਾਰਬਨ ਨਾਲ 2 ਆਕਸੀਜਨ ਲੱਗੀਆਂ ਹੋਈਆਂ ਤੇ 2 ਆਕਸੀਜਨ ਨਾਲ 2 ਕਾਰਬਨ ਲੱਗੇ ਹੋਏ ਨੇ। ਇਹਦਾ ਮਤਲਬ ਇਹ ਹੈ, ਇਹਨੂੰ ਇਸ ਤਰ੍ਹਾਂ ਰਿਪਰੈਜ਼ੈਂਟ ਕਰਾਂਗੇ। ਅਸਲ ਵਿੱਚ ਇੱਦਾਂ ਹੁੰਦਾ ਨਹੀਂ, ਪਰ RS ਨੋਮਨਕਲੇਚਰ ਨੂੰ ਸਮਝਣ ਵਾਸਤੇ, R ਤੇ S ਨੂੰ ਲਗਾਉਣ ਵਾਸਤੇ, ਕਿਹੜਾ RS ਕਿਹੜਾ ਹੈ ਨਾ S ਹੈ, ਉਹਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਇਸ ਤਰ੍ਹਾਂ ਇਹਨੂੰ ਸਮਝਿਆ ਜਾਂਦਾ ਹੈ, ਸੋਚਿਆ ਜਾਂਦਾ ਹੈ, ਸੈੱਟ ਕੀਤਾ ਗਿਆ ਤਾਂ ਕਿ ਤੁਸੀਂ ਕਿਤੇ ਵੀ ਕਨਫਿਊਜ਼ ਨਾ ਹੋ। ਤੇ ਟ੍ਰਿਪਲ ਬੌਂਡ ਦਾ ਵੀ ਇਹੀ ਕਨਸੈਪਟ ਹੈ। ਮੰਨ ਲਓ ਕੋਈ ਇਸ ਤਰ੍ਹਾਂ ਕਾਇਰਲ ਕਾਰਬਨ ਦੇ ਨਾਲ CN ਲੱਗਿਆ ਹੋਇਆ ਹੈ। CN ਦਾ ਮਤਲਬ ਕੀ ਹੁੰਦਾ, C ਟ੍ਰਿਪਲ ਬੌਂਡ N। ਇਹਦਾ ਸਿੱਧਾ ਸਾਦਾ ਮਤਲਬ ਹੈ ਕਿ ਇਸ ਕਾਰਬਨ ਨਾਲ 1 ਨਾਈਟ੍ਰੋਜਨ, 2 ਨਾਈਟ੍ਰੋਜਨ ਤੇ 3 ਨਾਈਟ੍ਰੋਜਨ ਇਸ ਤਰ੍ਹਾਂ ਲੱਗੇ ਹੋਏ ਨੇ ਜੀ। 3 ਨਾਈਟ੍ਰੋਜਨ, ਸਮਝ ਪਾ ਰਹੇ ਹੋ ਹੈ ਨਾ। ਇਹ ਡਿਫਰੈਂਟ ਹੈ ਥੋੜ੍ਹਾ ਜਿਹਾ, ਇਹਨੂੰ ਧਿਆਨ ਨਾਲ ਸਮਝਣਾ। ਯਾਨੀ ਇਹਦਾ ਮਤਲਬ ਇਹ ਨਹੀਂ ਕਿ ਇਸ ਇੱਕ ਕਾਰਬਨ ਨਾਲ 1 ਨਾਈਟ੍ਰੋਜਨ ਲੱਗਿਆ ਹੋਇਆ ਹੈ, ਨਹੀਂ। ਇਹਦਾ ਮਤਲਬ ਇਹ ਹੈ ਕਿ 3 ਕਾਰਬਨ ਨਾਲ, ਇੱਕ ਕਾਰਬਨ ਨਾਲ 3 ਨਾਈਟ੍ਰੋਜਨ ਤੇ ਅੱਗੋਂ ਜਿਹੜਾ ਨਾਈਟ੍ਰੋਜਨ ਅੱਗੋਂ 3 ਕਾਰਬਨ ਨਾਲ ਲੱਗਿਆ ਹੋਇਆ ਹੈ। ਇਸ ਤਰ੍ਹਾਂ ਇਹਨੂੰ ਸਮਝਿਆ ਜਾਂਦਾ ਹੈ। ਕਲੀਅਰ ਹੈ ਚੀਜ਼ ਹੈ ਜੀ। ਠੀਕ ਹੈ ਜੀ, ਚਲਿਏ ਅੱਗੇ ਹੈ ਨਾ। ਇਸ ਚੀਜ਼ ਨੂੰ ਥੋੜ੍ਹਾ ਜਿਹਾ ਸਮਝ ਲਓ। ਇੱਕ ਹੋਰ ਐਗਜ਼ਾਮਪਲ ਕਰ ਲੈਂਦੇ ਹਾਂ, ਥੋੜ੍ਹਾ ਜਿਹਾ ਹੋਰ ਇਹਨੂੰ ਨਾ ਜਸਟੀਫਾਈ ਕਰ ਦਈਏ। ਜਿਵੇਂ ਤੁਹਾਡੇ ਕੋਲ ਕੀ ਹੈ, ਕਾਇਰਲ ਕਾਰਬਨ ਹੈ, ਉਹਦੇ ਨਾਲ ਇੱਕ ਬੈਂਜੀਨ ਰਿੰਗ ਲੱਗੀ ਹੋਈ ਹੈ, ਐਂ ਹੀ ਸਮਝ ਲਓ ਹੈ ਨਾ। ਬੈਂਜੀਨ ਰਿੰਗ ਲੱਗੀ ਹੈ ਤੇ ਬੈਂਜੀਨ ਰਿੰਗ ਦਾ ਤੁਹਾਨੂੰ ਪਤਾ ਹੈ ਡਬਲ ਬੌਂਡ ਹੈਗੇ। ਜਿੱਥੇ ਜਿੱਥੇ ਡਬਲ ਬੌਂਡ ਹੈ ਉਹਦਾ ਮਤਲਬ ਇਹ ਹੋਏਗਾ ਕਿ ਜਿਹੜੀ ਰਿੰਗ ਹੈ ਨਾ, ਇਹਦੇ ਇਸ ਕਾਰਬਨ ਨਾਲ 1 ਕਾਰਬਨ ਲੱਗਿਆ ਹੋਇਆ, ਇਹਦੇ ਨਾਲ ਵੀ 1 ਕਾਰਬਨ ਲੱਗਿਆ ਹੋਇਆ, ਇਹਦੇ ਨਾਲ ਵੀ 1 ਕਾਰਬਨ ਲੱਗਿਆ, ਇੱਥੇ ਵੀ 1 ਕਾਰਬਨ ਲੱਗਿਆ, ਇੱਥੇ ਵੀ 1 ਕਾਰਬਨ ਲੱਗਿਆ ਹੋਇਆ ਹੈ। ਹਾਂ, ਇਸ ਚੀਜ਼ ਨੂੰ ਸਮਝੋ। ਠੀਕ ਹੈ ਜੀ, ਇਸ ਤਰ੍ਹਾਂ ਆਪਾਂ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ ਕਿ ਇਹਦੇ ਨਾਲ ਅੱਗੋਂ ਕਾਰਬਨ ਲੱਗਿਆ ਹੈ ਨਾ। 1 ਕਾਰਬਨ ਨਾਲ 1 ਕਾਰਬਨ ਨਹੀਂ ਹੈ ਨਾ,
ਦੋ ਕਾਰਬਨ ਲੱਗੇ ਹੋਏ ਆ, ਜਾਂ ਇਹ ਕਹਿ ਲਓ ਅਗਰ ਇਸ ਨੂੰ ਆਪਾਂ ਫੜ ਲੈਂਦੇ ਆ, ਇਹਦਾ ਮਤਲਬ ਹੈ ਕਿ ਇੱਕ ਕਾਰਬਨ ਇੱਧਰ ਹੈ, ਇੱਕ ਕਾਰਬਨ ਇੱਧਰ ਹੈ, ਤੇ ਇੱਕ ਕਾਰਬਨ ਇਸ ਸਾਈਡ ਤੇ ਆ ਗਿਆ ਜੋ ਕਿ ਡਬਲ ਬੌਂਡ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ। ਕਲੀਅਰ ਹੈ? ਇੱਥੋਂ ਤੱਕ ਤੁਹਾਡੇ ਸੀਕੁਐਂਸ ਰੂਲ ਸੀ। ਹੁਣ ਆਪਾਂ ਕਿਸ ਨੂੰ ਆਪਾਂ ਆਰ ਕਹਿੰਦੇ ਆ, ਕਿਸ ਨੂੰ ਐਸ ਕਹਿੰਦੇ ਆ, ਉਸ ਨੂੰ ਸਿੱਖਦੇ ਹਾਂ, ਹੈ ਨਾ। ਸਟੈਪਸ ਫॉर ਨੋਮਨਕਲੇਚਰ ਕਹਿ ਦਿੰਦੇ ਇਹਨੂੰ ਆਪਾਂ, ਸਟੈਪਸ ਫॉर ਨੋਮਨਕਲੇਚਰ। ਠੀਕ ਹੈ ਜੀ। देखो जरा, पहली गल तो कहते स्टैप 1 है आइडेंटिफाई द सेंटर और सेंटर्स ऑफ कायरलिटी। पहला जिहड़ा स्टैप है, स्टैप 1 कहते पहले तो आइडेंटिफाई करो कायरल सेंटर। वो तुहानूं आंदा है ना, जिस कार्बन नाल सारे दे सारे जिहड़े ग्रुप्स है वो डिफरेंट लगे होण, है ना, उन्होंने आपां बोलते हाँ कायरल सेंटर। स्टैप 2, स्टैप 2 की है जी, ध्यान नाल देखो। द 4 एटम्स और ग्रुप ऑफ एटम ज्वाइन टू द कायरल कार्बन आर असाइनड ए सीक्वेंस। तो दूसरा जिहड़ा आपां हुणे सिੱਖਿਆ ਸੀ, सीक्वेंस किस तरह देना है, सट किवें करना है, प्रायोरिटी किस तरह देनी है, उन्होंने पहले सीक्वेंस रूल्स नाल की किया जाए, असाइन किया जाए, है ना। तुसीं करना है इत्थे असाइनिंग प्रायोरिटी। सैकेंड स्टैप क्या है, प्रायोरिटी सैट करनी है। थर्ड स्टैप जिहड़ा आपां सीखना है वो है, देखो जरा थर्ड स्टैप नोमेनक्लेचर विच किहड़ा आर होएगा, किहड़ा एस होएगा। तो ध्यान नाल देखियो जी, कहंदे एक कार्बन है जिहड़ा फस्ट उहदे विच फस्ट प्रायोरिटी वाला इत्थे लग्या होया है, सैकेंड प्रायोरिटी वाला इत्थे लग्या होया है, थर्ड प्रायोरिटी वाला इत्थे लग्या होया है, ते फोर्थ प्रायोरिटी वाला इत्थे लग्या होया है। तो तुसीं की करना है ना, तुसी सिर्फ फस्ट सैकेंड ते थर्ड नूं देखना है। तुसी की करना है, जिवें फस्ट तो सैकेंड वल जाना है, सैकेंड तो थर्ड वल जाना है। तो इस तरह अगर तुसी जा रहे हो, तुसी ये देखो किस डायरेक्शन में जा रहे हो, दिस इज़ क्लॉकवाइज, दिस इज़ क्लॉकवाइज डायरेक्शन। अगर तुसी इस डायरेक्शन में जा रहे हो तो ये तुहाडा की होएगा आर, यानी कि रैक्टस होएगा, है ना। ਇਹਦਾ मतलब ਹੁੰਦਾ है राइट, है ना। आर अपना आइसोमर होएगा, वाला किहड़ा होएगा आर आइसोमर, यानी कि आप आर कॉन्फिगरेशन इनू असाइन कर दी, राइट। अगर कुछ इस तरह का कार्बन है जिहदे नाल एक फस्ट प्रायोरिटी वाला इधर लग्या होया, थर्ड प्रायोरिटी वाला इधर लग्या होया, सैकेंड प्रायोरिटी वाला इधर लग्या होया, ते फोर्थ प्रायोरिटी वाला इस जगह पर लग्या होया है, तो फिर तुसी कहोगे किधरली साइड पर जाना है, आप जाना है फस्ट तो सैकेंड, यानी फस्ट तो सैकेंड, ठीक है जी, सैकेंड तो थर्ड वल जाना है ना। फस्ट तो सैकेंड जाना है और थर्ड नूं विचों क्रॉस नहीं करना, दूसरी साइड तो जावांगे। तो ये देखो की है एंटी क्लॉकवाइज है, की है एंटी क्लॉकवाइज डायरेक्शन है। तो ये किहड़ा हुंदा तुहाडे कोल एस वाला, दिस इज एस कॉन्फिगरेशन, है ना। तो इनू आपां एस असाइन करांगे। ये सिंपल जा पहले एक बारी समझ लो, थोड़ा जा अगे जाके डिफरेंट भी करांगे। क्लीयर है? एग्जाम्पल देखो, एग्जाम्पल्स बहुत इंपॉर्टेंट है, एग्जाम्पल्स रूल्स भी ज़्यादा इंपॉर्टेंट हो जाती हैं, क्योंकि जो एग्जाम्पल से तुसी वो चीज़ नूं अपलाई करते हो तो तुहानूं होर चीज़ां निकल के आंदियां भी इनू किवें सॉल्व करांगे, इनू किवें सॉल्व करांगे, राइट। तो आ एग्जाम्पल देखो जरा, कि है कार्बन एक साइड ते लग्या होया ब्रोमीन, इधर लग्या होया तुहाडे कोल CH3। इत्थे मैं हुण की बना रहा, ध्यान नाल देखो, दिस इज़ सॉलिड वेज एंड दिस इज़ डैश्ड वेज, इत्थे लगे हाइड्रोजन, दिस इज क्लोरीन। तो फस्ट प्रैफरेंस ब्रोमीन, सैकेंड प्रैफरेंस क्लोरीन, थर्ड प्रैफरेंस CH3, फोर्थ प्रैफरेंस हाइड्रोजन, राइट। फस्ट तो सैकेंड वल जाना है, चलो जी चलिए, फस्ट तो सैकेंड जा रहे हैं, सैकेंड तो थर्ड वल जा रहे हैं, दिस इज एंटी क्लॉकवाइज, है ना। एंटी क्लॉकवाइज है, अगर एंटी क्लॉकवाइज है तो किहड़ा होएगा एस कॉन्फिगरेशन, किहड़ा होएगा एस कॉन्फिगरेशन, राइट। एक होर गल है, ये इत्थे एक लाइन लिखते हैं जिहड़ा कहंदे कि जिहड़ा लोएस्ट प्रायोरिटी है, किहड़ा है लोएस्ट प्रायोरिटी शुड बी अवे, है ना, शुड बी
ਅਵੇ ਫਰੋਮ ਦ ऑब्जर्वर या ये कह सकते हैं शुड बी बिलो द प्लेन ऑफ पेपर। ਹੁਣ ਇਹਦੇ 'ਚ ਆਪਣੀ ਲੋਐਸਟ ਪ੍ਰਾਇੋਰਟੀ ਕਿਹੜਾ ਸੀਗਾ ਤੁਹਾਡੇ ਕੋਲ ਹਾਈਡਰੋਜਨ ਸੀਗਾ ਲੋਐਸਟ ਪ੍ਰਾਇੋਰਟੀ। ਤਾਂ ਇਹ ਆਟੋਮੈਟਿਕਲੀ ਆਪਣਾ ਵੈਸੇ ਹੀ फोर्थ ਕਿਹੜੀ ਜਗ੍ਹਾ ਤੇ ਆ ਗਿਆ ਲੋਐਸਟ ਪ੍ਰਾਇੋਰਟੀ ਵਾਲਾ ਅਵੇ ਆ ਗਿਆ। ਚਲੋ ਇਹਦੇ 'ਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਹੈ ਨਾ। ਤਾਂ ਅਗਰ ਕਿਸੇ 'ਚ ਨਹੀਂ ਆਉਂਦਾ ਤਾਂ ਉਹਦੇ ਵਿੱਚ ਕੀ ਕਰਨਾ ਹੈ ਉਹ ਵੀ ਆਪਾਂ ਸਿੱਖਣਾ ਹੈ। ਧਿਆਨ ਨਾਲ ਦੇਖੋ ਆਪਾਂ ਕੀ ਕਰਾਂਗੇ ਉਹਦੇ ਵਿੱਚ, ਧਿਆਨ ਨਾਲ ਦੇਖੋ। ਇਹ ਤਾਂ ਤੁਹਾਨੂੰ ਸਮਝ ਲੱਗ ਗਿਆ ਐਸ ਕੌਨਫੀਗਰੇਸ਼ਨ ਸੀ। ਮੈਂ ਨੈਕਸਟ ਇੱਕ ਪੁਆਇੰਟ ਲੈਣਾ ਇੱਥੇ, ਧਿਆਨ ਨਾਲ ਦੇਖੋ। ਅਗਰ ਮੈਂ ਐਸੇ ਕੰਪਾਊਂਡ ਨੂੰ ਥੋੜ੍ਹਾ ਜਿਹਾ ਚੇਂਜ ਕਰਦਾ, ਧਿਆਨ ਨਾਲ ਦੇਖੋ। ਇੱਥੇ ਮੈਂ ਲਗਾਤਾ ਤੁਹਾਡੇ ਕੋਲ ਕਾਰਬਨ, ਇੱਥੇ ਬ੍ਰੋਮੀਨ, ਇੱਥੇ ਮੈਂ ਲਗਾ ਦੇਣਾ CH3, ਇਸ ਜਗ੍ਹਾ ਤੇ ਮੈਂ ਲਗਾ ਦੇਣਾ ਹਾਂਜੀ, ਇਸ ਜਗ੍ਹਾ ਤੇ ਆ ਜਾਏਗਾ ਤੁਹਾਡੇ ਕੋਲ Cl ਹੈ ਨਾ, ਤੇ ਇਸ ਸਾਈਡ ਤੇ ਆ ਜਾਏਗਾ ਤੁਹਾਡੇ ਕੋਲ ਹਾਈਡਰੋਜਨ ਹੈ ਨਾ। ਤਾਂ ਫਸਟ ਪ੍ਰੈਫਰੈਂਸ ਇੱਥੇ ਆਪਾਂ ਦੇਵਾਂਗੇ ਬ੍ਰੋਮੀਨ ਨੂੰ, ਸੈਕਿੰਡ ਪ੍ਰੈਫਰੈਂਸ ਦੇਵਾਂਗੇ ਕਲੋਰੀਨ ਨੂੰ, ਥਰਡ ਪ੍ਰੈਫਰੈਂਸ ਦੇਵਾਂਗੇ ਆਪਾਂ CH3 ਨੂੰ, ਫੋਰਥ ਪ੍ਰੈਫਰੈਂਸ ਦੇਵਾਂਗੇ ਹਾਈਡਰੋਜਨ ਨੂੰ, ਰਾਈਟ। ਧਿਆਨ ਨਾਲ ਦੇਖੋ ਇੱਥੇ ਆਪਾਂ ਸਾਫ਼ ਦੇਖੀਏ ਤਾਂ ਫਸਟ ਤੋਂ ਆਪਾਂ ਜਾਣਾ ਹੈ ਸੈਕਿੰਡ ਵੱਲ, ਸੈਕਿੰਡ ਤੋਂ ਜਾਣਾ ਆਪਾਂ ਥਰਡ ਵੱਲ ਹੈ ਨਾ। ਤਾਂ ਇਹ ਆਪਣੇ ਕੋਲ ਕੀ ਬਣ ਰਿਹਾ ਇੱਧਰਲੀ ਸਾਈਡ 'ਚ ਇਹਨੇ ਕਲੋਕਵਾਈਜ਼ ਜਾ ਰਹੇ, ਕਲੋਕਵਾਈਜ਼ ਦਾ ਮਤਲਬ ਕੀ ਬਣਨਾ ਚਾਹੀਦਾ R, ਰਾਈਟ। ਬਟ ਜਿਹੜਾ ਤੁਹਾਡਾ फोर्थ ਪ੍ਰਾਇੋਰਟੀ ਹੈ ਯਾਨੀ ਕਿ ਲੋਐਸਟ ਪ੍ਰਾਇੋਰਟੀ ਹੈ ਨਾ, ਉਹ ਕੀ ਹੈ ਅਵੇ ਫਰੋਮ ਦਾ ਆਬਜ਼ਰਵਰ ਨਹੀਂ ਹੈ, ਬਿਲੋ ਦਾ ਪਲੇਨ ਆਫ ਪੇਪਰ ਨਹੀਂ ਹੈ। ਅਗਰ ਉਹ ਬਿਲੋ ਦਾ ਪਲੇਨ ਆਫ ਪੇਪਰ ਨਾ ਹੋਵੇ ਤਾਂ ਆ ਜਿਹੜੀ R ਹੈ ਉਹ R ਤੋਂ ਚੇਂਜ ਕਰ ਦੇਣੀ ਹੈ ਤੁਸੀਂ S ਵਿੱਚ, ਯਾਨੀ ਇਹ ਹੋਏਗੀ ਤੁਹਾਡੀ S ਕੌਨਫੀਗਰੇਸ਼ਨ। ਇਹ R ਨਹੀਂ ਹੋਏਗੀ, ਇਹ ਕੀ ਹੋਏਗੀ S ਹੋਏਗੀ। ਆਹ ਚੀਜ਼ ਮੈਂ ਦੱਸਣਾ ਚਾਹੁੰਦਾ ਸੀਗਾ। ਇਹ ਚੀਜ਼ ਸਮਝ ਲੱਗ ਗਈ ਤੁਹਾਨੂੰ ਸਾਰਿਆਂ ਨੂੰ ਹੈ ਨਾ। ਅਗਰ ਨਾ ਸਮਝ ਲੱਗੇ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ, ਠੀਕ ਹੈ ਜੀ। ਹਾਂ, ਕੁਝ ਹੋਰ ਐਗਜ਼ਾਮਪਲਸ ਕਰਾਂਗੇ।